जगत भिखारी फिरत है, सबको दाता राम। कहो नानक मन सिमरते, पूरन होवे काम। जगत भिखारी फिरत है, सबको दाता राम। कहो नानक मन सिमरते, पूरन होवे काम। वाहिगुरु जी का खालसा, वाहिगुरु जी की फतेह। परम सन्मानी योग जुगो जुग टल, चवर छत्र तखत दे मालिक साहिब श्री गुरु ग्रंथ साहिब महाराज जी दी पावन पवित्र हजूरी अंदर सहब सतगुरु त्याग दी मूरत, धर्म दे रक्षक, धर्म दी चादर, धन धन नौवें पातशाह साहब श्री गुरु तेग बहादुर महाराज जियां दे उचारण किते हुए पावन पवित्र सलोकां दी विचार आप सरवण कर रहे हो। 57 सलोकां विचों सतगुरु जी का ये उचारण किया होया 40वां सलोक है। अज सतगुरु गुरु तेग बहादुर महाराज जी सारे ही जगत संसार दे लोकां दी गल करदे आ सानू सही मार्ग वो रस्ता दस रहे हैं जिस मार्ग उत्ते चलिया ये जीवन जन्म सफल हुंदा है और जिस काम वास्ते अपना जन्म होया है वो कर्म पूरा हुंदा है। एक चीज़ साध संगत अपनी जिंदगी के तजर्बे विच रहेगी, मंजिल उत्ते उहिओ लोग पुजदे हन जिन्हां लोकां ने सही मार्ग की चूज किया होवे। मार्ग गलत होवे ते साध संगत मनुख कदे भी मंजिल उत्ते नहीं पहुँच सकता। सैकड़े हज़ारों मील ड्राइव करन तो बाद वो थक जाएगा पर उसकी जिंदगी विच मंजिल नहीं आती क्योंकि उसने मार्ग गलत चूज किया। कोई भी रोगी रोग की गलत दवाई खाए सालां बद्धी वो दवाई खांदा रहिंदा पर रोग का इलाज नहीं क्योंकि उस रोग की वो दारू वो दवाई है ही नहीं। इस तरह पातशाह सतगुरु जी गुरु ग्रंथ साहिब महाराज की बाणी विच सब तो पहला सानू मार्ग दसते हैं। भाई मंजिल ते पहुँचण वास्ते मार्ग आ है, इस मार्ग ते चलिया जो कोई तू मंग रहा है वो प्राप्त होएगा। ये जीवन जन्म का जो मकसद है इस धरती ते आउण दा वो मनोरथ वो परपज भी सफल होएगा। तो सतगुर सच्चे पातशाह जी ये तो पहले श्लोक विच महाराज ने कहा सी सुख वास्ते बंदा बहुत यतन करता फिर दुख आउंदे ने। अकाल पुरख वाहिगुरु कोलों सारा ही जगत सुख मंग रहा, इको एक दाता है दुनिया विच, सारा जगत भिखारी है। करोड़ों अरबां की जायदाद, खरबां मिलियन ट्रिलियन की जायदाद लैण वाले लोग इस धरती उत्ते साध संगत जीवन वशन करके गए पर सैटिस्फाई नहीं होए, कुछ ना कुछ फिर उन्हों की इच्छा रह गई क्योंकि मनुख सदा ही भिखारी है।
ਮੰਗਤਾ ਹੈ। ਇਸ ਲਈ ਮਹਾਰਾਜ ਅੱਜ ਕਹਿੰਦੇ ਜਗਤ ਭਿਖਾਰੀ ਫਿਰਤ ਹੈ। ਇਸ ਧਰਤੀ ਤੇ ਰਾਵਣ ਵਰਗੇ ਬੰਦੇ ਹੋਏ ਜਿਨ੍ਹਾਂ ਨੇ ਰਹਿਣ ਵਾਸਤੇ ਘਰ ਵੀ ਸੋਨੇ ਦੇ ਬਣਾਏ। ਲੋਕਾਂ ਕੋਲ ਤਾਂ ਸੋਨੇ ਦੇ ਗਹਿਣੇ ਹੋ ਸਕਦੇ, ਬਹੁਤੇ ਛਤਰਧਾਰੀ ਰਾਜਿਆਂ ਦੇ ਕੋਲ ਭੋਜਨ ਛਕਣ ਵਾਸਤੇ ਸੋਨੇ ਦੇ ਬਰਤਨ, ਪਰ ਸਭ ਤੋਂ ਜ਼ਿਆਦਾ ਅਮੀਰ ਰਾਵਣ, ਜਿਹਦੇ ਰਹਿਣ ਵਾਸਤੇ ਮਹਿਲ ਲੰਕਾ, ਉਹ ਬਣਿਆ ਹੋਇਆ ਮਹੱਲ ਵੀ ਸੋਨੇ ਦਾ ਹੈ। ਪਰ ਫਿਰ ਵੀ ਸਾਧ ਸੰਗਤ ਕੋਈ ਨਾ ਕੋਈ ਇੱਛਾ ਅਧੂਰੀ ਰਹਿ ਗਈ, ਜਿਨ੍ਹਾਂ ਇਛਾਵਾਂ ਕਰਕੇ ਐਡਾ ਵੱਡੀ ਰਾਮਾਇਣ ਵਰਤੀ, ਐਡੀ ਵੱਡੀ ਜੰਗ ਹੋਈ। ਸੋ ਮਨੁੱਖ ਕਦੇ ਵੀ ਰੱਜਦਾ ਨਹੀਂ। ਮਨੁੱਖੀ ਮਨ ਦੀ ਬਿਰਤੀ ਇਸ ਤਰ੍ਹਾਂ ਦੀ ਹੈ, ਜਦੋਂ ਕੋਈ ਚੀਜ਼ ਪ੍ਰਾਪਤ ਹੁੰਦੀ ਹੈ ਉਹਦੀ ਬਹੁਤ ਆਪਾਂ ਖੁਸ਼ੀ ਮਨਾਉਂਦੇ। ਜਿਸ ਦਿਨ ਕੋਈ ਨਵਾਂ ਕੱਪੜਾ ਖਰੀਦ ਕੇ ਮਨੁੱਖ ਪਹਿਨਦਾ ਉਹਨੂੰ ਚਾਅ ਹੁੰਦਾ। ਜਦੋਂ 2 4 10 ਜਣੇ ਵੇਖ ਲੈਂਦੇ ਨੇ ਫਿਰ ਉਸੇ ਤਰ੍ਹਾਂ ਦਾ ਉਹ ਸੂਟ ਕੋਟ ਪੈਂਟ ਹੋ ਜਾਂਦਾ ਜਿਵੇਂ ਬਾਕੀ ਕਵੜ ਵਿੱਚ ਟੰਗੇ ਹੋਏ ਨੇ। ਭੋਜਨ ਛਕਣ ਲੱਗਿਆਂ ਪਹਿਲੀ ਬੁਰਕੀ ਬਹੁਤ ਸਵਾਦ ਲੱਗਦੀ ਹੈ, ਫਿਰ ਬਾਕੀ ਪ੍ਰਸ਼ਾਦੇ ਤਾਂ ਲੋਕ ਪੇਟ ਭਰਨ ਵਾਸਤੇ ਖਾਂਦੇ ਨੇ, ਉਹ ਸਵਾਦ ਉਹਦੇ ਵਿੱਚੋਂ ਅਲੋਪ ਹੋ ਜਾਂਦਾ। ਇਸ ਤਰ੍ਹਾਂ ਮਹਾਰਾਜ ਜੀ ਸਮਝਾਉਂਦੇ ਸਾਰਾ ਜਗਤ ਮੰਗਤਾ ਹੀ ਰਹਿੰਦਾ, ਇੱਕੋ ਹੀ ਦਾਤਾ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਦੇਣ ਵਾਲਾ ਦਾਤਾ ਸਿਰਫ ਇੱਕ ਹੈ, ਜਿਹਨੂੰ ਮਹਾਰਾਜ ਕਹਿਣਗੇ ਦੰਦਾ ਦਾਤਾ ਏਕ ਹੈ। ਸਭ ਕੋ ਦੇਵਨਹਾਰ, ਦਿਨ ਦੇ ਤੋਟ ਨਾ ਆਵੇ, ਗੰਤ ਭਰੇ ਭੰਡਾਰ। ਇਸੇ ਗੱਲ ਨੂੰ ਹਜ਼ੂਰ ਨੇ ਕਿਹਾ ਅਰਦਾਸ ਕਰਿਆ ਕਰ, ਗੁਰੂ ਕੋਲੋਂ ਤੈਨੂੰ ਮਤ ਉਹ ਮਾਰਗ ਸਮਝ ਆਵੇ। ਉਹ ਦਾਤਾ ਤੈਨੂੰ ਕਦੇ ਨਾ ਵਿਸਰੇ, ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭ ਕੋ ਦਾਤਾ ਰਾਮ। ਪਾਤਸ਼ਾਹ ਕਹਿੰਦੇ ਨੇ ਹਰ ਇੱਕੋ ਦਾਤਾ ਮੰਗੀਏ, ਹਰ ਇੱਕ ਧਿਆਈਏ। ਉਸ ਇੱਕ ਦਾਤੇ ਕੋਲੋਂ ਮੰਗ ਜਿਹੜਾ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ। ਔਰ ਬੜੀ ਕਮਾਲ ਦੀ ਗੱਲ, ਇੱਕ ਥਾਂ ਤੇ ਮਹਾਰਾਜ ਜੀਆਂ ਨੇ ਬਚਨ ਕਹੇ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਇੱਕੋ ਇੱਕ ਦਾਤਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਪ੍ਰਤਪਾਲਕ ਹੈ। ਇਸੇ ਨੂੰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇੱਕ ਬਚਨ ਕਿਹਾ, ਉੱਥੇ ਹਜ਼ੂਰ ਕਹਿੰਦੇ ਨੇ ਅਰਦਾਸ ਕਰ, ਜਿੱਦਣ ਸਮਝ ਪੈ ਗਈ ਨਾ ਆਪਾਂ ਭਿਖਾਰੀ ਹਾਂ, ਫਿਰ ਗੁਰੂ ਕੋਲੋਂ ਇਹ ਸਮਝ ਆਉਂਦੀ ਵੀ ਮੰਗਣਾ ਕਿੱਥੋਂ ਹੈ। ਨਹੀਂ ਤਾਂ ਮਨੁੱਖ ਮਨੁੱਖ ਕੋਲੋਂ ਮੰਗ ਰਿਹਾ, ਬੰਦਾ ਬੰਦੇ ਨੂੰ ਕਦੇ ਵੀ ਰਜਾ ਨਹੀਂ ਸਕਦਾ। ਤਾਈਓ ਪਾਤਸ਼ਾਹ ਨੇ ਕਿਹਾ ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਇਸ ਸੰਸਾਰ ਵਿੱਚ ਤੁਸੀਂ ਵਰਤਦਾ ਹੋਇਆ ਵੇਖੋਗੇ ਜੋ ਮਹਾਰਾਜ ਜੀ ਨੇ ਕਿਹਾ। ਕਹਿੰਦੇ ਭਾਈ ਜਿੰਨੀ ਦੇਰ ਕਿਸੇ ਨੂੰ ਦੇਈ ਜਾਓ ਤੁਹਾਡੇ ਤੋਂ ਖੁਸ਼ ਰਹਿੰਦਾ, ਦੇਣਾ ਬੰਦ ਕਰ ਦਿਓ, ਉਹੀ ਫਿਰ ਤੁਹਾਨੂੰ ਗੰਦ ਬੋਲਣਾ ਸ਼ੁਰੂ ਕਰ ਦਿੰਦਾ। ਜਿਤ ਦਿਨ ਉਨਕਾ ਸੁਆਓ ਨਾ ਆਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਜਾਂ ਮਹਾਰਾਜ ਜੀ ਕਹਿੰਦੇ ਜਿਸ ਦਿਨ ਨਹੀਂ ਦਿਓਗੇ ਤਿਤ ਦਿਨ ਬੋਲਣ ਗੰਦ। ਇਸ ਤਰ੍ਹਾਂ ਸੰਸਾਰ ਵਿੱਚ ਮਨੁੱਖ ਮਨੁੱਖ ਨੂੰ ਕਦੇ ਵੀ ਰਜਾ ਨਹੀਂ ਸਕਦਾ। ਤਾਂ ਮਹਾਰਾਜ ਜੀ ਨੇ ਕਿਹਾ ਭਾਈ ਦਾਤਾ ਇੱਕੋ ਹੈ, ਤੈਨੂੰ ਸਮਝ ਆ ਜਾਏ ਫਿਰ ਤੂੰ ਉਹਦੇ ਕੋਲੋਂ ਮੰਗੇਗਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਉਹਦੀ ਵਡਿਆਈ ਹੈ ਦਾਤੇ ਦੀ, ਉਹ ਨਿਜ ਪਤ ਹੈ। ਨਿਜ ਪਤ ਦਾ ਅਰਥ ਹੈ ਉਹ ਆਪਣੀ ਮਰਜ਼ੀ ਦਾ ਖੁਦ ਮਾਲਕ ਹੈ। ਉਹਨੂੰ ਕਿਸੇ ਦੇ ਕੋਲੋਂ ਪੁੱਛਣਾ ਨਹੀਂ ਪੈਂਦਾ ਦੇਣ ਲੱਗਿਆ। ਦੁਨੀਆ ਵਿੱਚ ਜਿੰਨੇ ਵੀ ਤੁਸੀਂ ਵੱਡੇ ਵੱਡੇ ਦਾਨੀ ਵੇਖੋਗੇ, ਸਾਧ ਸੰਗਤ ਉਹਨਾਂ ਨੂੰ ਆਪਣੀ ਜਾਇਦਾਦ ਬਾਰੇ ਪਹਿਲਾਂ ਦੇਖਣਾ ਪੈਂਦਾ, ਮੇਰੇ ਕੋਲ ਹੈ ਕਿੰਨਾ, ਮੈਂ ਫਿਰ ਉਨਾ ਹੀ ਦਾਨ ਕਰਾਂ। ਇੱਥੋਂ ਤੱਕ ਜਿਹੜੇ ਲੋਕ ਪੈਕੇਜ ਦਿੰਦੇ ਨੇ ਮਿਨਿਸਟਰ, ਉਸ ਮਹਿਕਮੇ ਦਾ ਬੰਦਾ, ਉਹ ਮਿਨਿਸਟਰ ਕੋਈ ਮੰਤਰੀ ਵੀ ਹੋਵੇ, ਉਹਦੇ ਕੋਲ ਅਖਤਿਆਰੀ ਫੰਡ ਹੈ ਕਿ ਇੰਨਾ ਉਹ ਦੇ ਸਕਦਾ, ਪਰ ਉਹਦਾ ਵੀ ਅਖਤਿਆਰੀ ਫੰਡ ਹੈ, ਇਸ ਤੋਂ ਵੱਧ ਨਹੀਂ ਉਹ ਦੇ ਸਕਦਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਕਹੇ ਭਾਈ ਅਕਾਲ ਪੁਰਖ ਹੀ ਨਿਜਪਤ ਦਾਤਾ ਹੈ। ਉਹ ਦੇਣ ਲੱਗਿਆ ਕਿਸੇ ਨਾਲ ਸਲਾਹ ਨਹੀਂ ਕਰਦਾ, ਉਹਦੇ ਦੇਣ ਦੀ ਕੋਈ ਲਿਮਿਟ ਨਹੀਂ ਹੈ। ਉਹ ਇੰਨਾ ਵੱਡਾ ਦਾਤਾ ਹੈ ਕਿ ਭਿਖਾਰੀ ਤੇ ਰਾਜ ਕਰਾਵੇ। ਪਰ ਪਹਿਲਾਂ ਤੈਨੂੰ ਸਮਝ ਆ ਜਾਏ ਕਿ ਦਾਤਾ ਇੱਕ ਹੈ, ਫਿਰ ਤੇਰੀ ਅਰਦਾਸ ਹੋਏਗੀ ਹਮ ਭੀਖਕ ਭਿਖਾਰੀ ਤੇਰੇ,
ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਤਾ। ਜਿੱਦਣ ਸਮਝ ਪੈ ਗਈ ਕਿ ਦਾਤਾ ਇੱਕ ਹੈ, ਅਸੀਂ ਭਿਖਾਰੀ ਹਾਂ, ਉਦਣ ਫਿਰ ਉਸ ਦਾਤੇ ਦੀ ਵਡਿਆਈ ਵੀ ਸਮਝ ਆ ਜਾਏਗੀ। ਦਾਤਾ ਤੂੰ ਤਾਂ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਇਹ ਤੇਰੀ ਵਡਿਆਈ ਹੈ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਦਾਤਾ ਹੈ, ਉਹ ਅਕਾਲ ਪੁਰਖ ਰੱਬ। ਔਰ ਕਮਾਲ ਦੀ ਗੱਲ, ਉਹ ਦਾਤ ਦੇਣ ਲੱਗਿਆਂ ਔਗਣ ਵੀ ਨਹੀਂ ਵੇਖਦਾ। ਦੁਨੀਆ ਵਿੱਚ ਜਿੰਨੇ ਵੀ ਦਾਨੀ ਨੇ, ਕਿੰਨਾ ਵੀ ਵੱਡਾ ਦਾਨੀ ਹੋਵੇ ਕੋਈ ਬੰਦਾ, ਉਸ ਦਾਨੀ ਨੂੰ ਪਤਾ ਲੱਗ ਜਾਏ ਮੈਂ ਜਿਹੜੇ ਬੰਦੇ ਨੂੰ ਦਾਨ ਦੇਣ ਲੱਗਾ ਇਹ ਬੰਦਾ ਤਾਂ ਬਹੁਤ ਮਾੜਾ, ਤਾਂ ਦਾਨ ਦੇਣ ਲੱਗੇ ਦਾਨੀ ਦਾ ਹੱਥ ਰੁਕ ਜਾਏਗਾ। ਉਹਦੇ ਮਨ 'ਚ ਹੋ ਜਾਏਗੀ ਤਾਂ ਬੰਦਾ ਬਹੁਤ ਪਾਪੀ ਆ, ਮਾੜਾ, ਇਹਨੂੰ ਕੋਈ ਦਾਨ ਦੇਣਾ। ਕਿਸੇ ਬੰਦੇ ਨੂੰ ਪਤਾ ਲੱਗ ਜਾਏ ਵੀ ਜਿਹਦੀ ਤੂੰ ਮਦਦ ਕਰਨ ਲੱਗਾ ਉਹ ਬੰਦਾ ਚੰਗਾ ਹੀ ਨਹੀਂ ਹੈ, ਤਾਂ ਜਦੋਂ ਇੰਨੀ ਗੱਲ ਸੁਣੀ, ਹਾਲਾਂਕਿ ਸੁਣਿਆ ਹੈ, ਵੇਖਿਆ ਨਹੀਂ ਹੈ, ਸੁਣਨ ਨਾਲ ਇੰਨਾ ਵੱਡਾ ਅਸਰ ਹੁੰਦਾ। ਬਹੁਤ ਲੋਕ ਫਿਰ ਦਾਨੀ, ਵੱਡੇ ਤੋਂ ਵੱਡੇ ਦਾਨੀ, ਦਾਨ ਦੇਣ ਲੱਗਿਆਂ ਹੱਥ ਰੋਕ ਲੈਂਦੇ। ਕਈ ਸੱਜਣ ਕਈ ਸਾਲ ਸੇਵਾ ਕਰਦੇ ਰਹੇ, ਅੱਖਾਂ ਦੇ ਫ੍ਰੀ ਕੈਂਪ ਲਾਉਂਦੇ ਰਹੇ, ਦਾਨ ਪੁੰਨ ਕਰਨਾ, ਹੁਣ ਉਹ ਹਟ ਗਏ। ਤਾਂ ਉਹ ਬਹੁਤ ਪਿਆਰ ਵਾਲੇ, ਮੈਂ ਉਹਨਾਂ ਨੂੰ ਪੁੱਛਿਆ ਭਾਈ ਹੁਣ ਕਿਉਂ ਬੰਦ ਕਰ ਦਿੱਤਾ? ਉਹ ਕਹਿੰਦਾ ਜੀ ਛੱਡੋ, ਕਿਹਨਾਂ ਲੋਕਾਂ ਨੂੰ ਕਰ ਰਹੇ ਹੋ? ਜਿਨ੍ਹਾਂ ਲੋਕਾਂ ਲਈ ਕਰ ਰਹੇ ਹੋ ਕਦਰ ਹੀ ਨਹੀਂ ਕਰਦੇ ਕੋਈ। ਜਿਨ੍ਹਾਂ ਲੋਕਾਂ ਵਾਸਤੇ ਇੰਨਾ ਪੁੰਨ ਦਾਨ ਕਰੀਦਾ, ਕੈਂਪ ਲਵਾਈ ਦੇ, ਕਦਰ ਨਹੀਂ ਕਰਦੇ, ਇਸ ਲਈ ਬੰਦ ਹੀ ਕਰਤਾ ਹੁਣ। ਪਰ ਸਾਧ ਸੰਗਤ, ਉਹ ਰੱਬ ਕਿੰਨਾ ਵੱਡਾ ਦਾਤਾ ਹੈ। ਉਹ ਕਿਸੇ ਦੇ ਔਗਣ ਸੁਣ ਕੇ ਨਹੀਂ, ਅੱਖਾਂ ਨਾਲ ਵੇਖਣ ਤੋਂ ਬਾਅਦ ਵੀ ਅਕਾਲ ਪੁਰਖ ਵਾਹਿਗੁਰੂ ਦਾਤਾਂ ਦੇਣੋਂ ਹਟਦਾ ਨਹੀਂ। ਉਹ ਸਭ ਕੁਝ ਵੇਖ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਣੀ ਅੰਦਰ ਕਹਿੰਦੇ ਭਾਈ ਸਭ ਕੁਝ ਵੇਖਣ ਤੋਂ ਬਾਅਦ ਵੀ ਉਹ ਦਾਤਾਂ ਦੇ ਰਿਹਾ, ਇਸੇ ਲਈ ਉਹ ਦਾਤੇ ਦੀ ਵਡਿਆਈ ਹੈ। ਤਾਈਓ ਹਜ਼ੂਰ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ, ਉਹ ਨਿਤ ਸਦਾ ਪ੍ਰਤਪਾਲਣਾ ਕਰਦਾ। ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤੋ ਬਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਤਵ, ਸਰਬ ਸਮੈ ਸਭ ਕੋ ਪ੍ਰਤਪਾਰੈ। पोखत है जल में थल में पल में, कल के नहीं कर्म विचारै। ते कमाल दी गल कि दीन दयाल दया निध, दोखन देखत है पर देत न हारै। औगण वेखदा भी है पर कदे किसी नूं दात देण लग्गिया परमात्मा हथ नहीं रोकदा। ये तो पापी है। ਔਗਣ ਵੇਖ ਕੇ ਉਹ ਦਾਤਾਂ ਦੇਣਾ ਹਟਦਾ ਨਹੀਂ, ਇਹ ਉਹਦੀ ਵਡਿਆਈ ਹੈ। ਬੜੀ ਸੁੰਦਰ ਗਾਥਾ ਇੱਕ ਇਸਲਾਮਕ ਗ੍ਰੰਥ ਵਿੱਚ ਆਈ। ਕਹਿੰਦੇ ਖੁਦਾ ਨੇ, ਅੱਲਾਹ ਤਾਲਾ ਨੇ ਖੁਸ਼ ਹੋ ਕੇ ਹਜ਼ਰਤ ਮੂਸੇ ਨੂੰ ਇੱਕ ਦਿਨ ਭੰਡਾਰੀ ਲਾ ਦਿੱਤਾ, ਲੈ ਵੇ ਸਾਰੀ ਦੁਨੀਆ ਨੂੰ ਤੂੰ ਅੱਜ ਰੋਜੀ ਦੇਣੀ। ਕਹਿੰਦੇ ਹਜ਼ਰਤ ਮੂਸਾ ਸਾਹਿਬ ਨੂੰ ਵੰਡਣ ਲਾ ਦਿੱਤਾ। ਇਹ ਅਸਲ ਵਿੱਚ ਇਸਲਾਮਕ ਗ੍ਰੰਥ ਵਿੱਚ ਜਿਹੜੀ ਕਥਾ ਆਈ, ਉਹ ਹਜ਼ਰਤ ਮੂਸਾ ਸਾਹਿਬ ਵੱਲੋਂ ਇਸ ਤਰ੍ਹਾਂ ਦੱਸਿਆ ਗਿਆ ਕਿ ਮੈਨੂੰ ਸੁਪਨੇ ਵਿੱਚ ਇਸ ਤਰ੍ਹਾਂ ਭਾਸਿਆ ਕਿ ਰੱਬ ਨੇ, ਅੱਲਾਹ ਤਾਲਾ ਨੇ ਖੁਸ਼ ਹੋ ਕੇ ਮੈਨੂੰ ਲੋਕਾਂ ਨੂੰ ਦਾਤਾਂ ਵੰਡਣ ਵਾਸਤੇ ਲਾਤਾ, ਤੂੰ ਭੰਡਾਰੀ ਹੋਇਆ, ਜਾ ਲੋਕਾਂ ਨੂੰ ਰੋਜੀ ਦੇ। ਕਹਿੰਦੇ 24 ਘੰਟੇ ਲੰਘ ਗਏ, ਧਰਤੀ ਦਾ ਚੱਕਰ ਪੂਰਾ ਹੋ ਗਿਆ। ਜਿਵੇਂ ਜਿਵੇਂ ਰੱਬ ਵੱਲੋਂ ਲਿਖਿਆ ਹੋਇਆ ਸੀ ਮੈਂ ਦਾਤਾਂ ਵੰਡ ਰਿਹਾ ਸੀ। ਪਰ ਕਹਿੰਦੇ ਉਹ ਭੰਡਾਰ ਵੰਡਦਿਆਂ ਇੱਕ ਇੱਦਾਂ ਦਾ ਸ਼ਖਸ 24 ਘੰਟਿਆਂ ਵਿੱਚ ਵੇਖਿਆ ਜਿਹੜਾ ਬੰਦਾ ਬਹੁਤ ਵੱਡਾ ਪਾਪੀ ਸੀ। ਜਦੋਂ ਦਾ ਕੁਕਰਮ ਵੇਖਿਆ ਵੇ, ਇੰਨਾ ਵੱਡਾ ਕੁਕਰਮ ਕਰ ਰਿਹਾ, ਤਾਂ ਕਹਿੰਦੇ ਹਜ਼ਰਤ ਮੂਸੇ ਨੇ ਉਹਨੂੰ ਰੋਜੀ ਨਹੀਂ ਦਿੱਤੀ। ਉਸ ਦਿਨ ਉਹਦਾ ਕੰਮ ਵਿਘਨ ਵਿੱਚ ਪਾ ਦਿੱਤਾ, ਉਹ ਬੰਦੇ ਨੂੰ ਦਾਤ ਨਹੀਂ ਦਿੱਤੀ। ਜਦੋਂ ਧਰਤੀ ਦਾ ਚੱਕਰ ਪੂਰਾ ਹੋਇਆ 24 ਘੰਟੇ ਬਾਅਦ ਅੱਲਾਹ ਤਾਲਾ ਪੁੱਛਦੇ, ਕਹਿੰਦੇ ਹਜ਼ਰਤ ਮੂਸਾ ਸਾਰਿਆਂ ਦੀ ਰੋਜੀ ਦੇ ਦਿੱਤੀ, ਭੰਡਾਰ ਵੰਡ ਦਿੱਤਾ, ਹਰ ਬੰਦੇ ਨੂੰ ਰੋਟੀ ਮਿਲੀ।
ਤਾਂ ਕਹਿੰਦੇ ਹਜ਼ਰਤ ਮੂਸਾ ਨੇ ਕਿਹਾ ਜੀ ਸਭ ਨੂੰ ਜਿਵੇਂ ਜਿਵੇਂ ਤੁਸੀਂ ਲਿਖਿਆ ਮੈਂ ਪਹੁੰਚਾ ਦਿੱਤਾ, ਪਰ ਇੱਕ ਬੰਦੇ ਦੀ ਮੈਂ ਅੱਜ ਰੋਟੀ ਰੋਕ ਲਈ। ਕਹਿੰਦਾ ਖੁਦਾ ਬਹੁਤ ਨਾਰਾਜ਼ ਹੋਏ। ਕਹਿੰਦੇ ਅੱਲਾਹ ਤਾਲਾ ਨੇ ਪੁੱਛਿਆ ਕਿਉਂ? ਉਹ ਕਹਿੰਦਾ ਅੱਲਾਹ ਤਾਲਾ ਨੂੰ ਹੈ ਹੇ ਰੱਬ ਜੀ, ਜੇ ਤੁਸੀਂ ਵੀ ਵੇਖ ਲੈਂਦੇ ਨਾ ਉਹ ਬੰਦੇ ਨੂੰ ਤਾਂ ਤੁਸੀਂ ਵੀ ਰੋਟੀ ਨਹੀਂ ਸੀ ਦੇਣੀ। ਉਹ ਬੰਦੇ ਨੇ ਇੰਨਾ ਵੱਡਾ ਕੁਕਰਮ ਕੀਤਾ, ਇੰਨਾ ਵੱਡਾ ਪਾਪ ਅੱਜ ਕੀਤਾ। ਕਹਿੰਦੇ ਰੱਬ ਜੀ ਜੇ ਤੁਸੀਂ ਵੇਖ ਲੈਂਦੇ ਤਾਂ ਸ਼ਾਇਦ ਤੁਸੀਂ ਵੀ ਉਹਨੂੰ ਰੋਟੀ ਨਾ ਦਿੰਦੇ। ਮੈਂ ਉਹਦਾ ਕੁਕਰਮ ਵੇਖ ਕੇ ਅੱਜ ਉਹਨੂੰ ਰੋਟੀ ਨਹੀਂ ਪਹੁੰਚਾਈ, ਉਹਦਾ ਭੰਡਾਰ ਰੋਕ ਲਿਆ। ਕਹਿੰਦੇ ਅੱਲਾਹ ਤਾਲਾ ਰੱਬ ਨੇ ਉਸੇ ਵਕਤ ਸਭ ਕੁਝ ਵਾਪਸ ਲੈ ਲਿਆ। ਇੰਨੀ ਗੱਲ ਕਹੀ, ਹਜ਼ਰਤ ਮੂਸਾ ਤੂੰ ਤਾਂ ਇੱਕ ਦਿਨ ਵਿੱਚ ਇੱਕ ਬੰਦੇ ਦਾ ਕੁਕਰਮ ਵੇਖਿਆ, ਮੈਨੂੰ ਤਾਂ ਇੰਨਾ ਸਮਾਂ ਗੁਜ਼ਰ ਗਿਆ। ਜਦੋਂ ਦੀ ਧਰਤੀ ਬਣੀ ਹੈ ਕਰੋੜਾਂ ਬੰਦਿਆਂ ਦੇ ਗੁਨਾਹ ਪਾਪ ਔਗਣ ਵੇਖੇ ਨੇ, ਪਰ ਅੱਜ ਤੱਕ ਕਿਸੇ ਦੀ ਰੋਜੀ ਨਹੀਂ ਰੋਕੀ। ਉਹਨੂੰ ਕਹਿੰਦੇ ਨੇ ਦਾਤਾ ਦੁੱਖ ਨ ਦੇਖਤ ਹੈ ਪਰ ਦੇਤ ਨਾ ਹਾਰੈ। ਔਗਣ ਵੇਖ ਕੇ ਵੀ ਰੱਬ ਦਿੰਦਾ। ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਬਖਸ਼ਿਸ਼ ਕਰਦੇ, ਕਹਿੰਦੇ ਜਗਤ ਬੇਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਭਾਈ ਫਿਰ ਕੀ ਕਰ, ਉਸ ਰਾਮ ਨੂੰ ਉਸ ਰੱਬ ਨੂੰ ਸਿਮਰ। ਕੀ ਹੋਏਗਾ? ਜਿਹੜੇ ਕੰਮ ਲਈ ਤੂੰ ਧਰਤੀ ਤੇ ਆਇਆ ਤੇਰਾ ਉਹ ਕੰਮ ਪੂਰਾ ਹੋ ਜਾਏਗਾ। ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ। ਭਾਈ ਜਿਸ ਕੰਮ ਲਈ ਸਰੀਰ ਮਿਲਿਆ, ਜਨਮ ਮਿਲਿਆ, ਇਹ ਕਈ ਜਨਮ ਪੈ ਕੀਟ ਪਤੰਗਾ ਤੋਂ ਬਾਅਦ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਆਈ ਹੈ। ਇਹ ਤੇਰਾ ਕੰਮ ਸਫਲ ਹੋ ਜਾਏਗਾ, ਤੇਰਾ ਜੀਵਨ ਸਫਲ ਹੋ ਜਾਏਗਾ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਿੰਨੇ ਵੱਡੇ ਦਾਤੇ। ਜਦੋਂ ਮਹਾਰਾਜ ਜੀ ਅਸਾਮ ਗਏ, ਉੱਥੋਂ ਦੇ ਰਾਜੇ ਤੇ ਰਾਣੀ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਆਏ ਨੇ, ਬਹੁਤ ਵੱਡੇ ਦਾਤੇ ਨੇ, ਉਹਨਾਂ ਕੋਲੋਂ ਜੋ ਮੰਗੋ ਮਿਲ ਜਾਂਦਾ। ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਵਿੱਚੋਂ ਆਵਾਜ਼ ਆਉਂਦੀ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਕਹਿੰਦੇ ਰਾਜੇ ਨੇ ਤਿਆਰੀ ਕਰ ਲਈ, ਪਰ ਆਪਣੀ ਰਾਣੀ ਨੂੰ ਲੈ ਕੇ ਤੁਰਨ ਲੱਗਾ ਤਾਂ ਬਹਿ ਗਿਆ। ਮੰਤਰੀ ਪੁੱਛਦਾ ਜੀ ਹੁਣ ਬਹਿ ਕਿਉਂ ਗਏ? ਉਹ ਕਹਿੰਦਾ ਦੋ ਗੱਲਾਂ ਨੇ, ਇੱਕ ਤੇ ਮੈਂ ਰਾਜਾ ਹਾਂ, ਮੈਂ ਕਿਸੇ ਕੋਲੋਂ ਮੰਗਣ ਨਹੀਂ ਜਾ ਸਕਦਾ, ਪਰ ਹਾਂ ਜਿਹੜੀ ਚੀਜ਼ ਦੀ ਮੈਨੂੰ ਤੋਟ ਹੈ, ਮੇਰੇ ਘਰ ਵਿੱਚ ਰਾਜ ਧਨ ਦੌਲਤ ਪਦਾਰਥ ਸਭ ਕੁਝ ਹੈ, ਪਰ ਰੱਬ ਵੱਲੋਂ ਔਲਾਦ ਨਹੀਂ। ਮੇਰੇ ਮਰਨ ਤੋਂ ਬਾਅਦ ਇਹ ਸਭ ਕੁਝ ਖਤਮ ਹੋ ਜਾਏਗਾ। ਮੈਂ ਚਾਹੁੰਦਾ ਮੇਰੀ ਕੋਈ ਪੀੜ੍ਹੀ ਵੰਸ਼ ਚੱਲੇ। ਇੱਕ ਤੇ ਰਾਜਾ ਹੋਣ ਦਾ ਮਨ ਵਿੱਚ ਮਾਣ ਆ ਕੇ ਸ਼ਰਮ ਆਉਂਦੀ ਹੈ, ਪਰ ਫਿਰ ਵੀ ਇਸ ਦਾਤ ਵਾਸਤੇ ਮੈਂ ਬਹੁਤ ਥਾਵਾਂ 'ਤੇ ਗਿਆ, ਮੈਨੂੰ ਪ੍ਰਾਪਤ ਨਹੀਂ ਹੋਈ। ਤੇ ਦੂਜੀ ਗੱਲ, ਮੈਂ ਇਸ ਲਈ ਬੈਠ ਗਿਆ, ਗੁਰੂ ਤੇਗ ਬਹਾਦਰ ਮਹਾਰਾਜ ਦੀ ਤਾਂ ਮੈਂ ਕੋਈ ਸੇਵਾ ਹੀ ਨਹੀਂ ਕੀਤੀ, ਨਾ ਮੈਂ ਉਹਨਾਂ ਦਾ ਸਿੱਖ ਨਾ ਸੇਵਕ, ਨਾ ਮੈਂ ਕਦੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੋਈ ਸੇਵਾ ਕੀਤੀ ਨਾ ਗਿਆ। ਉਹ ਮੈਨੂੰ ਕਿਉਂ ਦਾਤ ਦੇਣਗੇ? ਕਹਿੰਦੇ ਜਿਹਨੇ 10 ਪਾਈ ਸੀ ਉਹਨੇ ਕਿਹਾ ਬਾਦਸ਼ਾਹ ਸਲਾਮਤ, ਗੁਰੂ ਨਾਨਕ ਦਾ ਘਰ ਉਹ ਦਾਤੇ ਦਾ ਘਰ ਹੈ ਜਿੱਥੇ ਕੋਈ ਸ਼ਰਤ ਨਹੀਂ ਹੈ ਮੰਗਣ ਵਾਲੇ ਲਈ। ਬਸ ਇੱਕੋ ਹੀ ਸ਼ਰਤ ਹੈ, ਉਹ ਢਹਿ ਕੇ ਗੁਰੂ ਦੇ ਚਰਨਾਂ ਵਿੱਚ ਆ ਜਾਏ, ਉੱਥੋਂ ਸਭ ਕੁਝ ਮਿਲ ਜਾਂਦਾ। ਉਹ ਇੰਨੀ ਗੱਲ ਮੰਨ ਕੇ ਆਵੇ ਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਵਿਧਾਰਿਓ, ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ। ਤਾਂ ਕਹਿੰਦੇ ਫਿਰ ਉੱਥੋਂ ਜ਼ਰੂਰ ਮਿਲਦਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇੰਨੀ ਗੱਲ ਸੁਣ ਕੇ ਰਾਜਾ ਚੱਲ ਪਿਆ, ਉਹ ਰਾਣੀ ਸਮੇਤ ਆਇਆ, ਨਾਲ ਲੋ ਲਸ਼ਕਰ ਮੰਤਰੀ ਵੀ ਆਏ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਨਮਸਕਾਰ ਕੀਤੀ। ਕਹਿੰਦੇ ਮਹਾਰਾਜ ਰਾਜ ਭਾਗ ਸਭ ਕੁਝ ਹੈ, ਪਰ ਘਰ ਵਿੱਚ ਔਲਾਦ ਨਹੀਂ। ਮਹਾਰਾਜ ਸੁਣਿਆ ਤੁਹਾਡੇ ਘਰ ਵਿੱਚੋਂ ਸਭ ਕੁਝ ਮਿਲਦਾ। ਪਾਤਸ਼ਾਹ ਨੇ ਕਿਹਾ ਭਾਈ ਇਹ ਰੱਬ ਦਾ ਘਰ ਹੈ, ਰੱਬ ਦੇ ਘਰ ਵਿੱਚ ਸਭ ਕੁਝ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਉਹਦੇ ਘਰ ਵਿੱਚ ਤਾਂ ਸਭ ਕੁਝ ਹੈ। ਜਿਸ ਦੇਹ ਸੋ ਪਾਵੇ, ਜੇ ਉਹ ਦਾਤਾ ਦੇਣ ਦੀ ਧਾਰ ਲਵੇ ਤਾਂ ਰਾਜਨ ਸਭ ਕੁਝ ਮਿਲ ਜਾਂਦਾ। ਕਹਿੰਦੇ ਮੰਗੋ ਕੀ ਚਾਹੀਦਾ? ਰਾਜੇ ਨੇ ਕਿਹਾ ਮਹਾਰਾਜ ਘਰ ਵਿੱਚ ਔਲਾਦ ਨਹੀਂ ਹੈ, ਉਮਰ ਵਡੇਰੀ ਹੋ ਰਹੀ ਹੈ, ਕਿਰਪਾ ਕਰੋ ਔਲਾਦ ਬਖਸ਼ ਦਿਓ।
ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਸੀਸ ਦਿੱਤੀ, ਕਿਰਪਾ ਕਰੋ ਮਹਾਰਾਜ ਔਲਾਦ ਦੀ ਬਖਸ਼ਿਸ਼ ਕਰੋ। ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਹੇ, ਕਹਿੰਦੇ ਰਾਜਨ ਜਾਂ ਗੁਰੂ ਨਾਨਕ ਦੇ ਘਰ ਵਿੱਚੋਂ ਤੈਨੂੰ ਔਲਾਦ ਬਖਸ਼ੀ, ਤੇਰੇ ਔਲਾਦ ਹੋਏਗੀ, ਪਰ ਕਹਿੰਦੇ ਤੂੰ ਆ ਰਾਜਾ। ਅੱਜ ਤੋਂ ਪਹਿਲਾਂ ਵੀ ਕਈ ਥਾਵਾਂ ਤੇ ਤੂੰ ਜਾਂਦਾ ਰਿਹਾ, ਪਰ ਯਾਦ ਰੱਖੀ ਹੁਣ ਅੱਜ ਤੋਂ ਬਾਅਦ ਕਿਤੇ ਜਾਈ ਨਾ। ਹਾਂ, ਤੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਕਿ ਖਬਰਿਆ ਗੁਰੂ ਨਾਨਕ ਦੇ ਘਰ ਵਿੱਚੋਂ ਮਿਲਿਆ, ਸ਼ਾਇਦ ਕਿਤੇ ਹੋਰੋਂ ਮਿਲਿਆ। ਕਹਿੰਦੇ ਜਾ ਤੈਨੂੰ ਨਿਸ਼ਾਨੀ ਵੀ ਦੱਸ ਦਿੰਨੇ, ਤੇਰੇ ਘਰ ਪੁੱਤਰ ਹੋਏਗਾ, ਪਰ ਉਹਦੇ ਮੱਥੇ ਉੱਤੇ ਇੱਕ ਕਾਲੇ ਰੰਗ ਦਾ ਦਾਗ ਹੋਏਗਾ, ਉਹ ਮੋਹਰ ਦੀ ਨਿਸ਼ਾਨੀ ਹੋਏਗੀ। ਕਹਿੰਦੇ ਇੱਦਾਂ ਦਾ ਹੋਏਗਾ, ਦੇਖ ਲੈ। ਕਹਿੰਦੇ ਮਹਾਰਾਜ 7 ਵਜਨ ਉਹਦੇ ਘਰ ਵਿੱਚ ਸਾਧ ਸੰਗਤ ਫਿਰ ਸਮਾਂ ਪਾ ਕੇ ਔਲਾਦ ਹੋਈ। ਸੱਚਮੁੱਚ ਉਹਦੇ ਪੁੱਤਰ ਦੇ ਮੱਥੇ ਉੱਤੇ ਉਹ ਦਾਗ ਸੀ। ਉਹ ਰਾਜੇ ਦਾ ਨਾਮ ਬਾਅਦ ਵਿੱਚ ਬੜਾ ਪ੍ਰਸਿੱਧ ਹੋਇਆ, ਰਾਜਾ ਰਤਨ ਰਾਏ। ਉਹ ਰੋਜ਼ ਜਦੋਂ ਸ਼ੀਸ਼ੇ ਮੂਹਰੇ ਤਿਆਰ ਹੋਵੇ ਤਾਂ ਦਾਗ ਦੇਖੇ, ਸ਼ਾਇਦ ਛੋਟੀ ਉਮਰ ਵਿੱਚ ਕੋਈ ਸੱਟ ਲੱਗੀ ਹੋਣੀ। ਜਦੋਂ ਵੱਡਾ ਹੋ ਗਿਆ, ਰਾਜਾ ਬਣ ਗਿਆ, ਵੇਖਦਾ ਰਿਹਾ। ਇੱਕ ਦਿਨ ਮਨ 'ਚ ਸਵਾਲ ਆਇਆ, ਮਾਂ ਨੂੰ ਪੁੱਛਾਂ। ਪਿਤਾ ਤਾਂ ਚੜ੍ਹਾਈ ਕਰ ਗਿਆ, ਮਾਂ ਕੋਲੋਂ ਪੁੱਛਿਆ, ਕਹਿੰਦੇ ਇਹ ਮੇਰੇ ਸੱਟ ਲੱਗੀ ਸੀ ਕੋਈ? ਉਹਦੀ ਮਾਂ ਨੇ ਕਿਹਾ, ਬੇਟਾ ਇਹ ਸੱਟ ਚੋਟ ਨਹੀਂ, ਇਹ ਤੇਰੇ ਜਨਮ ਤੋਂ ਦਾਗ ਹੈ, ਇਹ ਮੱਥੇ ਉੱਤੇ ਨਿਸ਼ਾਨੀ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ, ਉਹਨਾਂ ਦੇ ਬਚਨਾਂ ਨਾਲ ਤੇਰਾ ਜਨਮ ਹੋਇਆ। ਇਹ ਦਾਤ ਤੇਰੇ ਜਨਮ ਦੀ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਖਸ਼ੀ ਸੀ, ਤੇ ਉਹਨਾਂ ਕਿਹਾ ਸੀ ਇਹ ਬੱਚੇ ਦੇ ਮੱਥੇ ਉੱਤੇ ਮੋਹਰ ਦਾ ਦਾਗ ਹੋਏਗਾ। ਤਾਂ ਰਾਜਾ ਰਤਨ ਰਾਏ ਕਹਿੰਦਾ ਮੈਨੂੰ ਦਰਸ਼ਨ ਕਰਾਓ। ਮਾਤਾ ਨੇ ਕਿਹਾ ਉਹ ਸਤਿਗੁਰੂ ਤਾਂ ਹੁਣ ਸ਼ਹੀਦ ਹੋ ਗਏ ਨੇ, ਤਿਲਕ ਜੰਜੂ ਦੀ ਰੱਖਿਆ ਵਾਸਤੇ ਉਹਨਾਂ ਸੀਸ ਦੇ ਦਿੱਤਾ। ਹਾਂ, ਉਹਨਾਂ ਦੇ ਪੁੱਤਰ ਉਹਨਾਂ ਦੀ ਜਗ੍ਹਾ ਉੱਤੇ ਤਖਤ 'ਤੇ ਸ਼ੋਭਿਤ ਨੇ। ਫਿਰ ਰਾਜਾ ਰਤਨ ਰਾਏ 1.25 ਲੱਖ ਦੀ ਚੰਦਨ ਦੀ ਚੌਂਕੀ, ਪੰਚਕਲਾ ਸ਼ਸਤਰ, ਚਿੱਟੇ ਰੰਗ ਦਾ ਪ੍ਰਸ਼ਾਦੀ ਹਾਥੀ, ਇਹ ਸਭ ਕੁਝ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਂਟ ਕਰਨ ਆਇਆ। ਸਾਧ ਸੰਗਤ ਇੱਕ ਚੀਜ਼ ਯਾਦ ਰੱਖਿਓ, ਜੇ ਆਪਾਂ ਨੂੰ ਗੁਰੂ ਦੀ ਦਾਤ ਵਿੱਚੋਂ ਦਾਤਾ ਯਾਦ ਰਵੇ, ਕਈ ਵਾਰ ਗੁਰੂ ਦੀਆਂ ਦਿੱਤੀਆਂ ਦਾਤਾਂ ਸਾਨੂੰ ਫਿਰ ਦਾਤੇ ਨਾਲ ਜੋੜ ਦਿੰਦੀਆਂ ਨੇ। ਬਸ ਸਿੱਖਾ ਦਾਤ ਗੁਰੂ ਕੋਲੋਂ ਮੰਗ, ਪਰ ਦਾਤ ਵਿੱਚੋਂ ਦਾਤੇ ਨੂੰ ਯਾਦ ਰੱਖੀ। ਇਹ ਪੁੱਤਰ ਧੀਆਂ ਸੰਸਾਰ ਦੀਆਂ ਦਾਤਾਂ ਤੈਨੂੰ ਦਾਤੇ ਨਾਲ ਜੋੜ ਕੇ ਰੱਖਣਗੇ। ਅਰਦਾਸ ਕਰੀ ਇਸ ਤਰ੍ਹਾਂ ਨਾ ਹੋਵੇ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਹ ਦਾਤੇ ਕੋਲੋਂ ਦਾਤ ਲਈਏ ਪਰ ਉਹਨੂੰ ਸਿਮਰੀਏ, ਫਿਰ ਜਨਮ ਸਫਲ ਹੁੰਦਾ। ਤਾਈਓ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਫਿਰ ਅੱਜ ਬਚਨ ਕਹੇ, ਕਹਿੰਦੇ ਸਾਰੇ ਜਗਤ ਦਾ ਦਾਤਾ ਇੱਕੋ ਹੈ, ਜਗਤ ਭਿਖਾਰੀ ਹੈ, ਪਰ ਭਾਈ ਆ ਕੰਮ ਕਰੋ। ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ। ਹੇ ਭਾਈ, ਉਹ ਅਕਾਲ ਪੁਰਖ ਦਾਤੇ ਨੂੰ ਸਿਮਰੋ, ਇਸ ਧਰਤੀ ਤੇ ਆਉਣ ਦਾ ਮਨੋਰਥ ਤੁਹਾਡਾ ਕੰਮ ਪੂਰਾ ਹੋ ਜਾਏਗਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਫਿਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਇਹ ਜੀਵਨ ਜਨਮ ਸਫਲ ਹੋਏਗਾ। ਸੋ ਸਤਿਗੁਰੂ ਕਿਰਪਾ ਕਰਨ।